ਜਦੋਂ ਬਰੈਂਪਟਨ ਦੀਆਂ ਸੜਕਾਂ ਤੇ ਇੱਕ ਜਵਾਨ ਪੰਜਾਬੀ ਕੁੜੀ ਨੂੰ ਕੂੜੇ ਵਾਲਾ ਭਾਰਾ ਟਰੱਕ ਚਲਾਉਂਦੀ ਦੇਖਿਆ ਤਾਂ ਲੋਕਾਂ ਨੇ ਰੱਜ ਕੇ ਮਜ਼ਾਕ ਉਡਾਇਆ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਬਦਬੂਦਾਰ ਟਰੱਕ ਆਪਣੀ ਮੌਤ ਨਾਲ ਲੜ ਰਹੀ ਮਾਂ ਦੀ ਜਾਨ ਬਚਾਉਣ ਲਈ ਚਲਾ ਰਹੀ ਸੀ। ਜਦੋਂ ਉਸਨੇ ਦਿਨ ਰਾਤ ਇੱਕ ਕਰਕੇ ਆਪਣੀ ਖੁਦ ਦੀ ਟਰਾਂਸਪੋਰਟ ਕੰਪਨੀ ਖੜੀ ਕੀਤੀ ਤਾਂ ਬਰੈਂਪਟਨ ਦੇ ਹੰਕਾਰੀ ਮਾਫੀਏ ਤੋਂ ਜਰਿਆ ਨਾ ਗਿਆ। ਉਸ ਕੁੜੀ ਨੂੰ ਝੂਠੇ ਕੇਸ ਵਿੱਚ ਫਸਾ ਕੇ ਦਿਵਾਲੀਆ ਯਾਨੀ ਬੈਂਕਰਪਟ ਕਰਕੇ ਸੜਕ ਤੇ ਸੁੱਟਣ ਦੀ ਅਜਿਹੀ ਖੌਫਨਾਕ ਸਾਜ਼ਿਸ਼ ਰਚੀ ਗਈ ਜਿਸ ਨੇ ਉਸ ਦੀ ਪੂਰੀ ਜ਼ਿੰਦਗੀ ਤਬਾਹ ਕਰ ਦਿੱਤੀ। ਆਖਿਰ ਸਭ ਕੁਝ ਲੁੱਟੇ ਜਾਣ ਤੋਂ ਬਾਅਦ ਉਸ ਕੁੜੀ ਨੇ ਅਜਿਹਾ ਕਿਹੜਾ ਬਦਲਾ ਲਿਆ ਜਿਸ ਨੇ ਪੂਰੇ ਕੈਨੇਡਾ ਦੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਪੰਜਾਬ ਦੇ ਪਿੰਡ ਵਿੱਚ ਗੁਰਨੂਰ ਦਾ ਬਾਪੂ ਸਰਦਾਰ ਹਰਜਾਪ ਸਿੰਘ ਬਹੁਤ ਹੀ ਭੋਲਾ ਅਤੇ ਨੇਕ ਇਨਸਾਨ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਅਚਾਨਕ ਇੱਕ ਦਿਨ ਉਹਨਾਂ ਦੇ ਵਿਹੜੇ ਵਿੱਚ ਕਾਲੀ ਹਨੇਰੀ ਚੁੱਲੀ। ਗੁਰਨੂਰ ਦੀ ਮਾਤਾ ਮਨਜੀਤ ਕੌਰ ਦਾ ਪਿੰਡ ਦੇ ਬਾਹਰ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ। ਮਾਂ ਹਸਪਤਾਲ ਦੇ ਬੈੱਡ ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਸੀ ਤੇ ਇਲਾਜ ਲਈ ਲੱਖਾਂ ਰੁਪਈਆਂ ਦੀ ਲੋੜ ਸੀ। ਇਸੇ ਲਈ ਕੈਨੇਡਾ ਬੈਠੀ ਗੁਰਨੂਰ ਨੇ ਦਿਨੇ ਗਾਰਬੇਜ ਟਰੱਕ ਚਲਾਉਣਾ ਸ਼ੁਰੂ ਕੀਤਾ ਕਿਉਂਕਿ ਇਸ ਖਤਰਨਾਕ ਕੰਮ ਵਿੱਚ ਪੈਸੇ ਜ਼ਿਆਦਾ ਮਿਲਦੇ ਸੀ ਅਤੇ ਸ਼ਾਮ ਦੀ ਚਮਕਦੀ ਧੁੱਪ ਟਲਦਿਆਂ ਹੀ ਉਹ ਥਕਾਵਟ ਨਾਲ ਚੂਰ ਹੋਣ ਦੇ ਬਾਵਜੂਦ ਟਿਮ ਹਾਰਟਨਸ ਤੇ ਕੌਫੀਆਂ ਵੇਚਣ ਲੱਗ ਪੈਂਦੀ। ਉਹ ਦਿਨ ਰਾਤ ਇੱਕ ਕਰਕੇ ਆਪਣੀ ਮਾਂ ਦੀਆਂ ਦਵਾਈਆਂ ਲਈ ਡਾਲਰ ਭੇਜ ਰਹੀ ਸੀ। ਪਰ ਦੋਸਤੋ, ਮੁਸੀਬਤ ਕਦੇ ਇਕੱਲੀ ਨਹੀਂ ਆਉਂਦੀ। ਪਿੱਛੋਂ ਪੰਜਾਬ ਵਿੱਚ ਗੁਰਨੂਰ ਦਾ ਵੱਡਾ ਤਾਇਆ ਬਲਵਿੰਦਰ ਸਿੰਘ, ਜਿਸ ਨੂੰ ਪੂਰਾ ਇਲਾਕਾ ਇੱਕ ਬਹੁਤ ਹੀ ਚਲਾਕ ਅਤੇ ਬੇਰਹਿਮ ਬੰਦੇ ਵਜੋਂ ਜਾਣਦਾ ਸੀ, ਉਸਨੇ ਹਰਜਾਪ ਸਿੰਘ ਦੇ ਭੋਲੇਪਨ ਦਾ ਫਾਇਦਾ ਚੁੱਕਿਆ। ਮਾਂ ਦੇ ਇਲਾਜ ਲਈ ਪੈਸੇ ਦੇਣ ਦੇ ਬਹਾਨੇ ਬਲਵਿੰਦਰ ਨੇ ਧੋਖੇ ਨਾਲ ਖਾਲੀ ਕਾਗਜ਼ਾਂ ਤੇ ਹਰਜਾਪ ਸਿੰਘ ਦੇ ਅੰਗੂਠੇ ਲਵਾ ਲਏ ਅਤੇ ਉਹਨਾਂ ਦੀ ਜੱਦੀ 15 ਕਿੱਲੇ ਜ਼ਮੀਨ ਹੜਪ ਕੇ ਆਪਣੇ ਨਾਮ ਕਰਵਾ ਲਈ। ਕੈਨੇਡਾ ਵਿੱਚ ਗਾਰਬੇਜ ਟਰੱਕ ਦੀ ਸੀਟ ਤੇ ਬੈਠੀ ਗੁਰਨੂਰ ਨੂੰ ਜਦੋਂ ਆਪਣੇ ਪਿਓ ਦਾ ਰੋਂਦੇ ਹੋਏ ਦਾ ਫੋਨ ਆਇਆ ਤਾਂ ਦੁਪਹਿਰ ਦੀ ਉਸ ਤੇਜ਼ ਅਤੇ ਸਾਫ਼ ਧੁੱਪ ਵਿੱਚ ਵੀ ਗੁਰਨੂਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਪਣੀ ਮਾਂ ਦੇ ਐਕਸੀਡੈਂਟ ਅਤੇ ਜ਼ਮੀਨ ਦੇ ਜਾਣ ਦੇ ਦੁੱਖ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ ਸੀ। ਪਰ ਦੋਸਤੋ, ਜੇ ਤੁਹਾਨੂੰ ਲੱਗਦਾ ਹੈ ਕਿ ਗੱਲ ਇੱਥੇ ਸਿਰਫ ਜ਼ਮੀਨ ਖੁਸਣ ਤੇ ਖਤਮ ਹੋ ਗਈ ਤੇ ਗੁਰਨੂਰ ਹਾਰ ਮੰਨ ਕੇ ਬੈਠ ਜਾਵੇਗੀ, ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ। ਕਿਉਂਕਿ ਤਾਏ ਬਲਵਿੰਦਰ ਨੇ ਉਸ ਜ਼ਮੀਨ ਤੇ ਪੱਕਾ ਕਬਜ਼ਾ ਕਰਨ ਲਈ ਜੋ ਅਗਲੀ ਘਿਨੌਣੀ ਖੇਡ ਖੇਡੀ ਸੀ, ਉਸਨੇ ਗੁਰਨੂਰ ਦੀ ਕੈਨੇਡਾ ਵਾਲੀ ਜ਼ਿੰਦਗੀ ਨੂੰ ਵੀ ਸਿੱਧਾ ਜੇਲ੍ਹ ਦੀਆਂ ਸਲਾਖਾਂ ਵੱਲ ਤੱਕ ਨੇਣਾ ਸੀ। ਆਖਿਰ ਤਾਏ ਨੇ ਕੈਨੇਡਾ ਵਿੱਚ ਬੈਠੇ ਆਪਣੇ ਕਿਹੜੇ ਬੰਦਿਆਂ ਨੂੰ ਗੁਰਨੂਰ ਦੇ ਪਿੱਛੇ ਲਗਾ ਦਿੱਤਾ ਸੀ, ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਅੱਗੇ ਜੋ ਹੋਣ ਵਾਲਾ ਸੀ ਉਹ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਬਰੈਂਪਟਨ ਦੀ ਦੁਪਹਿਰ ਦੀ ਤੇਜ਼ ਅਤੇ ਸਾਫ਼ ਧੁੱਪ ਗੁਰਨੂਰ ਦੇ ਗਾਰਬੇਜ ਟਰੱਕ ਦੇ ਸ਼ੀਸ਼ਿਆਂ ਤੇ ਪੈ ਰਹੀ ਸੀ, ਪਰ ਉਸ ਦੇ ਅੰਦਰ ਇੱਕ ਭਿਆਨਕ ਹਨੇਰਾ ਛਾ ਗਿਆ ਸੀ। ਟਰੱਕ ਦੇ ਸਟੀਅਰਿੰਗ ਤੇ ਸਿਰ ਰੱਖ ਕੇ ਉਹ ਪੁੱਬਾ ਮਾਰ-ਮਾਰ ਕੇ ਰੋ ਰਹੀ ਸੀ। ਫੋਨ ਤੇ ਬਾਪੂ ਹਰਜਾਪ ਸਿੰਘ ਦੀਆਂ ਬੇਵਸ ਚੀਕਾਂ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਧੀਏ, ਤੇਰੇ ਤਾਏ ਬਲਵਿੰਦਰ ਨੇ ਸਾਡੇ ਨਾਲ ਧਰੋਹ ਕਮਾਇਆ, ਮੇਰੇ ਤੋਂ ਹਸਪਤਾਲ ਦੇ ਕਾਗਜ਼ ਕਹਿ ਕੇ ਅੰਗੂਠੇ ਲਵਾ ਲਏ ਤੇ ਸਾਡੀ ਸਾਰੀ ਜ਼ਮੀਨ ਹੜਪ ਕੇ ਆਪਣੇ ਨਾਮ ਕਰਵਾ ਲਈ। ਇੱਕ ਪਾਸੇ ਮਾਂ ਮੌਤ ਨਾਲ ਲੜ ਰਹੀ ਸੀ ਤੇ ਦੂਜੇ ਪਾਸੇ ਉਹਨਾਂ ਦੀ ਜੱਦੀ ਜ਼ਮੀਨ ਉਹਨਾਂ ਦੇ ਆਪਣੇ ਹੀ ਖੂਨ ਨੇ ਖੋ ਲਈ ਸੀ। ਕੋਈ ਵੀ ਆਮ ਕੁੜੀ ਹੁੰਦੀ ਤਾਂ ਇੰਨਾ ਵੱਡਾ ਧੋਖਾ ਦੇਖ ਕੇ ਟੁੱਟ ਜਾਂਦੀ ਜਾਂ ਡਿਪਰੈਸ਼ਨ ਵਿੱਚ ਚਲੀ ਜਾਂਦੀ। ਪਰ ਪੰਜਾਬ ਦੀਆਂ ਧੀਆਂ ਇੰਨੀ ਜਲਦੀ ਹਾਰ ਕਿੱਥੇ ਮੰਨਦੀਆਂ ਨੇ। ਗੁਰਨੂਰ ਨੇ ਆਪਣੇ ਹੰਝੂ ਪੂੰਝੇ। ਦੁਪਹਿਰ ਦੀ ਉਸ ਚਮਕਦੀ ਰੋਸ਼ਨੀ ਵਿੱਚ ਉਸ ਦੀਆਂ ਅੱਖਾਂ ਵਿੱਚ ਹੁਣ ਬੇਵਸੀ ਨਹੀਂ, ਸਗੋਂ ਇੱਕ ਅੱਗ ਸੀ। ਉਸਨੇ ਤੈਅ ਕਰ ਲਿਆ ਕਿ ਉਹ ਆਪਣੇ ਭੋਲੇ ਬਾਪੂ ਨੂੰ ਰੁਲਣ ਨਹੀਂ ਦੇਵੇਗੀ। ਉਸਨੇ ਟਿਮ ਹਾਰਟਨਸ ਦੀਆਂ ਸ਼ਿਫਟਾਂ ਡਬਲ ਕਰ ਦਿੱਤੀਆਂ। ਕੂੜੇ ਦੇ ਟਰੱਕਾਂ 'ਚੋਂ ਬਦਬੂ ਆਉਂਦੀ, ਲੋਕ ਨੱਕ ਚਾੜਦੇ, ਪਰ ਗੁਰਨੂਰ ਨੂੰ ਉਸ ਵਿੱਚੋਂ ਆਪਣੀ ਮਾਂ ਦੀਆਂ ਦਵਾਈਆਂ ਅਤੇ ਆਪਣੇ ਬਾਪੂ ਦੇ ਹੱਕ ਦੀ ਮਹਿਕ ਆਉਂਦੀ ਸੀ। ਦਿਨ ਰਾਤ ਇੱਕ ਕਰਕੇ ਗੁਰਨੂਰ ਨੇ ਇੱਕ ਬਹੁਤ ਵੱਡਾ ਰਿਸਕ ਲਿਆ। ਉਸਨੇ ਆਪਣੀ ਸਾਰੀ ਸੇਵਿੰਗ ਲਗਾ ਕੇ ਅਤੇ ਬੈਂਕ ਤੋਂ ਲੋਨ ਲੈ ਕੇ ਇੱਕ ਦੀ ਬਜਾਏ ਹੋਰ ਗਾਰਬੇਜ ਟਰੱਕਾਂ ਵਿੱਚ ਇਨਵੈਸਟ ਕਰ ਦਿੱਤਾ ਅਤੇ ਆਪਣੀ ਖੁਦ ਦੀ ਕੂੜਾ ਚੁੱਕਣ ਵਾਲੀ ਕੰਪਨੀ ਕਲੀਨ ਵੇ ਟਰਾਂਸਪੋਰਟ ਖੋਲ੍ਹ ਲਈ। ਮਿਹਨਤ ਰੰਗ ਲਿਆਈ। ਡਾਲਰਾਂ ਦਾ ਮੀਂਹ ਪਿਆ ਤਾਂ ਗੁਰਨੂਰ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਅਤੇ ਤਕੜੇ ਵਕੀਲ ਖੜੇ ਕਰ ਦਿੱਤੇ। ਪੈਸੇ ਅਤੇ ਸਬੂਤਾਂ ਦੀ ਤਾਕਤ ਅੱਗੇ ਤਾਏ ਬਲਵਿੰਦਰ ਦੇ ਸਾਰੇ ਫਰਜ਼ੀ ਕਾਗਜ਼ ਅਦਾਲਤ ਵਿੱਚ ਝੂਠੇ ਸਾਬਿਤ ਹੋਏ। ਤਾਏ ਦਾ ਹੰਕਾਰ ਮਿੱਟੀ ਵਿੱਚ ਮਿਲ ਗਿਆ ਅਤੇ ਬਾਪੂ ਹਰਜਾਪ ਸਿੰਘ ਨੂੰ ਉਸ ਦੀ 15 ਕਿੱਲੇ ਜ਼ਮੀਨ ਪੂਰੀ ਸ਼ਾਨੋ ਸ਼ੌਕਤ ਨਾਲ ਵਾਪਸ ਮਿਲ ਗਈ। ਪਰ ਦੋਸਤੋ, ਜੇ ਤੁਹਾਨੂੰ ਲੱਗਦਾ ਹੈ ਕਿ ਗੁਰਨੂਰ ਨੇ ਆਪਣੀ ਕੰਪਨੀ ਖੋਲ੍ਹ ਲਈ, ਬਾਪੂ ਨੂੰ ਜ਼ਮੀਨ ਵਾਪਸ ਮਿਲ ਗਈ ਤੇ ਕਹਾਣੀ ਇੱਥੇ ਖੁਸ਼ੀ-ਖੁਸ਼ੀ ਮੁੱਕ ਗਈ, ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ। ਕਿਉਂਕਿ ਅਸਲੀ ਖੇਡ ਤਾਂ ਹੁਣ ਸ਼ੁਰੂ ਹੋਣੀ ਸੀ। ਬਰੈਂਪਟਨ ਵਿੱਚ ਪਹਿਲਾਂ ਤੋਂ ਕਬਜ਼ਾ ਜਮਾਈ ਬੈਠੇ ਦੂਜੇ ਪੰਜਾਬੀ ਟਰਾਂਸਪੋਰਟਰਾਂ, ਖਾਸ ਕਰਕੇ ਮਸ਼ਹੂਰ ਮਾਫੀਆ ਕੇਵਲ ਸਿੰਘ ਕੋਲੋਂ ਇੱਕ ਛੋਟੀ ਜਿਹੀ ਕੁੜੀ ਦੀ ਇਹ ਕਾਮਯਾਬੀ ਜਰਤੀ ਨਹੀਂ ਗਈ। ਉਹਨਾਂ ਤੋਂ ਰਿਹਾ ਨਾ ਗਿਆ ਕਿ ਇੱਕ ਕੁੜੀ ਸਾਡੇ ਬਰਾਬਰ ਆ ਕੇ ਖੜ ਗਈ ਹੈ।
ਕੇਵਲ ਸਿੰਘ ਨੇ ਆਪਣੇ ਚਮਚਿਆਂ ਨਾਲ ਮਿਲ ਕੇ ਗੁਰਨੂਰ ਦੀ ਕੰਪਨੀ ਖਿਲਾਫ ਇੱਕ ਅਜਿਹੀ ਭਿਆਨਕ ਸਾਜ਼ਿਸ਼ ਰਚੀ ਅਤੇ ਇੱਕ ਝੂਠਾ ਕੇਸ ਠੋਕ ਦਿੱਤਾ ਜਿਸ ਨੇ ਪਲਾਂ ਵਿੱਚ ਗੁਰਨੂਰ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਦੇਣਾ ਸੀ। ਆਖਿਰ ਉਸ ਸਾਫ਼ ਅਤੇ ਚਮਕਦੀ ਦੁਪਹਿਰ ਨੂੰ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਨੇ ਗੁਰਨੂਰ ਦੇ ਦਫ਼ਤਰ ਆ ਕੇ ਅਜਿਹਾ ਕੀ ਕਹਿ ਦਿੱਤਾ ਜਿਸ ਨੇ ਉਸ ਨੂੰ ਸਿੱਧਾ ਬਰਬਾਦੀ ਯਾਨੀ ਬੈਂਕਰਪਟ ਦੇ ਕੰਢੇ ਲਿਆ ਖੜਾ ਕੀਤਾ। ਅੱਗੇ ਜੋ ਹੋਣ ਵਾਲਾ ਸੀ ਉਹ ਜਾਣ ਕੇ ਤੁਹਾਡਾ ਖੂਨ ਖੌਲ ਉੱਠੇਗਾ। ਬਰੈਂਪਟਨ ਦੀ ਉਸ ਦੁਪਹਿਰ ਜਦੋਂ ਸਾਫ਼ ਤੇ ਤੇਜ਼ ਧੁੱਪ ਗੁਰਨੂਰ ਦੇ ਛੋਟੇ ਜਿਹੇ ਟਰਾਂਸਪੋਰਟ ਦਫ਼ਤਰ ਦੇ ਸ਼ੀਸ਼ਿਆਂ ਤੇ ਪੈ ਰਹੀ ਸੀ ਤਾਂ ਅਚਾਨਕ ਦਰਵਾਜ਼ਾ ਖੁੱਲਿਆ। ਅੰਦਰ ਕੈਨੇਡਾ ਦੀ ਮਿਨਿਸਟਰੀ ਆਫ ਐਨਵਾਇਰਨਮੈਂਟ ਦੇ ਵੱਡੇ ਅਧਿਕਾਰੀ ਅਤੇ ਪੁਲਿਸ ਵਾਲੇ ਦਾਖਲ ਹੋਏ। ਬਾਹਰ ਆਪਣੀ ਮਹਿੰਗੀ ਰੇਂਜ ਰੋਵਰ ਨਾਲ ਟੋਲ ਆਈ ਖੜਾ ਟਰਾਂਸਪੋਰਟ ਮਾਫੀਆ ਕੇਵਲ ਸਿੰਘ ਮੁੱਛਾਂ 'ਚ ਹੱਸ ਰਿਹਾ ਸੀ। ਗੁਰਨੂਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਅਫਸਰਾਂ ਨੇ ਆਉਂਦਿਆਂ ਹੀ ਇੱਕ ਵੱਡਾ ਨੋਟਿਸ ਟੇਬਲ ਤੇ ਮਾਰਿਆ। ਮਿਸ ਗੁਰਨੂਰ ਕੌਰ, ਤੁਹਾਡੀ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਂਦਾ ਹੈ। ਸਾਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਤੁਹਾਡੇ ਟਰੱਕਾਂ ਵਿੱਚ ਗੈਰ ਕਾਨੂੰਨੀ ਅਤੇ ਜ਼ਹਿਰੀਲਾ ਕੂੜਾ ਡੰਪ ਕੀਤਾ ਜਾ ਰਿਹਾ ਹੈ ਜਿਸ ਦੀ ਤੁਹਾਨੂੰ ਪਰਮਿਸ਼ਨ ਨਹੀਂ ਹੈ। ਗੁਰਨੂਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ ਵਿੱਚ ਇਹ ਸਾਰੀ ਖੇਡ ਉਸ ਹੰਕਾਰੀ ਕੇਵਲ ਸਿੰਘ ਦੀ ਸੀ। ਉਸਨੇ ਰਾਤ ਦੇ ਹਨੇਰੇ ਵਿੱਚ ਆਪਣੇ ਬੰਦੇ ਭੇਜ ਕੇ ਗੁਰਨੂਰ ਦੇ ਟਰੱਕਾਂ ਵਿੱਚ ਕੈਮੀਕਲ ਵਾਲਾ ਗੈਰ ਕਾਨੂੰਨੀ ਕੂੜਾ ਸੁੱਟਵਾ ਦਿੱਤਾ ਸੀ ਅਤੇ ਫਿਰ ਆਪ ਹੀ ਪੁਲਿਸ ਨੂੰ ਝੂਠੀ ਸ਼ਿਕਾਇਤ ਕਰ ਦਿੱਤੀ। ਸਾਫ਼ ਚਮਕਦੀ ਦੁਪਹਿਰ ਨੂੰ ਗੁਰਨੂਰ ਦੇ ਸਾਰੇ ਗਾਰਬੇਜ ਟਰੱਕ ਜ਼ਬਤ ਕਰ ਲਏ ਗਏ। ਸਰਕਾਰ ਵੱਲੋਂ ਇੰਨਾ ਭਾਰੀ ਜੁਰਮਾਨਾ ਲਗਾਇਆ ਗਿਆ ਕਿ ਗੁਰਨੂਰ ਦਾ ਬੈਂਕ ਖਾਤਾ ਜ਼ੀਰੋ ਹੋ ਗਿਆ। ਜਿਸ ਕੁੜੀ ਨੇ ਦਿਨ ਰਾਤ ਕੂੜੇ ਦੀ ਬਦਬੂ ਸਹਿ ਕੇ ਆਪਣਾ ਸਾਮਰਾਜ ਖੜਾ ਕੀਤਾ ਸੀ ਉਹ ਅੱਜ ਬਿਲਕੁਲ ਬੈਂਕਰਪਟ ਯਾਨੀ ਦਿਵਾਲੀਆ ਹੋ ਚੁੱਕੀ ਸੀ। ਦਫ਼ਤਰ ਦੀਆਂ ਖਾਲੀ ਕੁਰਸੀਆਂ ਵੱਲ ਦੇਖਦੀ ਗੁਰਨੂਰ ਜ਼ਮੀਨ ਤੇ ਬੈਠ ਕੇ ਰੋਣ ਲੱਗੀ। ਕੇਵਲ ਸਿੰਘ ਨੇ ਜਾਂਦੇ ਜਾਂਦੇ ਤਾਨਾ ਮਾਰਿਆ, ਕੁੜੀਏ, ਪੰਜਾਬੀ ਮੁੰਡਿਆਂ ਦੇ ਕੰਮਾਂ 'ਚ ਲੱਤ ਅੜਾਏਂਗੀ ਤਾਂ ਇਹੀ ਹਾਲ ਹੋਊ। ਜਾ ਕੇ ਮੁੜ ਟਿਮ ਹਾਰਟਨਸ ਤੇ ਕੌਫੀਆਂ ਵੇਚ। ਪਰ ਦੋਸਤੋ, ਜਿਵੇਂ ਕਹਿੰਦੇ ਨੇ ਕਿ ਸੋਨਾ ਜਿੰਨਾ ਅੱਗ ਵਿੱਚ ਸੜਦਾ ਹੈ ਓਨਾ ਹੀ ਨਿਖਰਦਾ ਹੈ। ਗੁਰਨੂਰ ਨੇ ਆਪਣੇ ਹੰਝੂ ਪੂੰਝੇ। ਉਸ ਸਾਫ਼ ਦੁਪਹਿਰ ਦੀ ਰੌਸ਼ਨੀ ਵਿੱਚ ਉਸ ਨੂੰ ਇੱਕ ਗੱਲ ਸਮਝ ਆ ਗਈ ਸੀ। ਬੇਸ਼ੱਕ ਕੇਵਲ ਸਿੰਘ ਨੇ ਉਸ ਦੇ ਟਰੱਕ ਖੋਹ ਲਏ ਸਨ, ਪਰ ਉਸਨੇ ਜਿਹੜਾ ਬਿਜ਼ਨਸ ਚਲਾਉਣਾ ਸਿੱਖਿਆ ਸੀ, ਕਲਾਇੰਟਸ ਨਾਲ ਡੀਲ ਕਰਨਾ ਸਿੱਖਿਆ ਸੀ, ਟੈਕਸ ਦੇ ਕਾਗਜ਼ਾਂ ਦੀ ਜਿਹੜੀ ਸਮਝ ਉਸ ਨੂੰ ਆ ਗਈ ਸੀ, ਉਹ ਹੁਨਰ ਕੋਈ ਨਹੀਂ ਸਿੱਖ ਹੋ ਸਕਦਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਜ਼ੀਰੋ ਤੋਂ ਹੀਰੋ ਕਿਵੇਂ ਬਣੀਦਾ ਹੈ। ਉਸਨੇ ਤੁਰੰਤ ਆਪਣਾ ਫੋਨ ਚੁੱਕਿਆ ਅਤੇ ਆਪਣੇ 2-3 ਪੁਰਾਣੇ ਖਾਸ ਦੋਸਤਾਂ ਜਸ ਅਤੇ ਪ੍ਰੀਤ ਨੂੰ ਕਾਲ ਲਾਈ। ਮੈਨੂੰ ਤੁਹਾਡੀ ਮਦਦ ਚਾਹੀਦੀ ਹੈ, ਕੁਝ ਪੈਸੇ ਉਧਾਰ ਚਾਹੀਦੇ ਨੇ। ਮੈਂ ਹਾਰ ਨਹੀਂ ਮੰਨਣੀ। ਹੁਣ ਮੈਂ ਉਹ ਕੰਮ ਕਰਾਂਗੀ ਜਿਸ ਬਾਰੇ ਇਹਨਾਂ ਹੰਕਾਰੀ ਟਰਾਂਸਪੋਰਟਰਾਂ ਨੇ ਸੋਚਿਆ ਵੀ ਨਹੀਂ ਹੋਣਾ। ਪਰ ਦੋਸਤੋ, ਜੇ ਤੁਹਾਨੂੰ ਲੱਗਦਾ ਹੈ ਕਿ ਗੁਰਨੂਰ ਦੁਬਾਰਾ ਕੋਈ ਟਰੱਕਿੰਗ ਕੰਪਨੀ ਖੋਲੇਗੀ ਜਾਂ ਕੇਵਲ ਸਿੰਘ ਨਾਲ ਲੜਨ ਜਾਵੇਗੀ ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ, ਕਿਉਂਕਿ ਅੱਗੇ ਗੁਰਨੂਰ ਨੇ ਬਰੈਂਪਟਨ ਦੀ ਸਭ ਤੋਂ ਚਲਦੀ ਮਾਰਕੀਟ ਵਿੱਚ ਇੱਕ ਅਜਿਹਾ ਧਮਾਕਾ ਕਰਨ ਦੀ ਤਿਆਰੀ ਕਰ ਲਈ ਸੀ ਜਿਸ ਨੇ ਪੂਰੇ ਕੈਨੇਡਾ ਵਿੱਚ ਤਰਥੱਲੀ ਮਚਾ ਦੇਣੀ ਸੀ। ਆਖਿਰ ਗੁਰਨੂਰ ਨੇ ਜੂਸਲੈਂਡ ਦੇ ਨਾਮ ਹੇਠ ਅਜਿਹੀ ਕਿਹੜੀ ਚੀਜ਼ ਸ਼ੁਰੂ ਕੀਤੀ ਜਿਸ ਨੇ ਕੇਵਲ ਸਿੰਘ ਵਰਗਿਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ। ਅੱਗੇ ਜੋ ਹੋਣ ਵਾਲਾ ਸੀ ਉਹ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਬਰੈਂਪਟਨ ਦੀ ਇੱਕ ਬਹੁਤ ਹੀ ਸਾਫ਼ ਅਤੇ ਚਮਕਦੀ ਸਵੇਰ ਸੀ। ਸੂਰਜ ਦੀਆਂ ਸੁਨਹਿਰੀ ਕਿਰਨਾਂ ਇੱਕ ਨਵੇਂ ਬਣੇ ਸਟੋਰ ਦੇ ਵੱਡੇ ਸ਼ੀਸ਼ਿਆਂ ਤੇ ਪੈ ਕੇ ਲਿਸ਼ਕ ਰਹੀਆਂ ਸਨ ਜਿਸ ਦੇ ਬਾਹਰ ਇੱਕ ਬਹੁਤ ਹੀ ਸੁੰਦਰ ਬੋਰਡ ਲੱਗਿਆ ਸੀ, ਜੂਸਲੈਂਡ। ਜਦੋਂ ਦੁਨੀਆ ਨੇ ਗੁਰਨੂਰ ਨੂੰ ਦਿਵਾਲੀਆ ਯਾਨੀ ਬੈਂਕਰਪਟ ਕਰਕੇ ਸੜਕ ਤੇ ਸੁੱਟ ਦਿੱਤਾ ਸੀ ਤਾਂ ਉਸਦੇ ਪੱਕੇ ਯਾਰਾਂ ਜਸ ਅਤੇ ਪ੍ਰੀਤ ਨੇ ਆਪਣੀ ਕਾਲਜ ਦੀ ਫੀਸ ਅਤੇ ਸੇਵਿੰਗ ਵਾਲੇ ਡਾਲਰ ਲਿਆ ਕੇ ਗੁਰਨੂਰ ਦੇ ਹੱਥਾਂ ਤੇ ਰੱਖ ਦਿੱਤੇ ਸਨ। ਭੈਣੇ, ਤੂੰ ਹਿੰਮਤ ਨਾ ਹਾਰ, ਅਸੀਂ ਤੇਰੇ ਨਾਲ ਆ। ਦੋਸਤਾਂ ਦੇ ਸਾਥ ਨੇ ਗੁਰਨੂਰ ਦੇ ਅੰਦਰਲੇ ਮਰੇ ਹੋਏ ਸ਼ੇਰ ਨੂੰ ਮੁੜ ਜਗਾ ਦਿੱਤਾ। ਬਿਜ਼ਨਸ ਦੀ ਜਿਹੜੀ ਸਮਝ ਉਸ ਨੂੰ ਗਾਰਬੇਜ ਕੰਪਨੀ ਚਲਾ ਕੇ ਆਈ ਸੀ ਉਹ ਉਸਨੇ ਇਸ ਨਵੇਂ ਸਟੋਰ ਤੇ ਲਗਾ ਦਿੱਤੀ। ਪੰਜਾਬੀ ਭਾਈਚਾਰੇ ਲਈ ਗੁਰਨੂਰ ਨੇ ਬਿਲਕੁਲ ਦੇਸੀ ਸਟਾਈਲ ਦਾ ਤਾਜ਼ਾ ਗੰਨੇ ਦਾ ਰਸ, ਫਰੈਸ਼ ਫਰੂਟ ਮਿਕਸ ਅਤੇ ਜਿਮ ਵਾਲੇ ਮੁੰਡਿਆਂ ਲਈ ਖਾਸ ਪ੍ਰੋਟੀਨ ਸ਼ੇਕ ਸ਼ੁਰੂ ਕੀਤੇ। ਉਸ ਕੁੜੀ ਨੇ ਦਿਨ ਰਾਤ ਐਨੀ ਅੱਤ ਦੀ ਮਿਹਨਤ ਕੀਤੀ ਕਿ ਸਿਰਫ 4 ਮਹੀਨਿਆਂ ਦੇ ਅੰਦਰ ਦੁਪਹਿਰ ਦੀ ਤੇਜ਼ ਧੁੱਪ ਵਿੱਚ ਜੂਸਲੈਂਡ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕੈਸ਼ ਕਾਊਂਟਰ ਤੇ ਖੜੀ ਗੁਰਨੂਰ ਅਤੇ ਉਸਦੇ ਦੋਸਤਾਂ ਕੋਲੋਂ ਕਸਟਮਰ ਸਾਂਭੇ ਨਹੀਂ ਜਾ ਰਹੇ ਸੀ। ਜਿਹੜੇ ਲੋਕ ਕਦੇ ਉਸ ਨੂੰ ਕੂੜੇ ਵਾਲੀ ਕਹਿ ਕੇ ਨੱਕ ਝਾੜਦੇ ਸੀ, ਅੱਜ ਉਹੀ ਲਾਈਨਾਂ 'ਚ ਲੱਗ ਕੇ ਉਸਦੇ ਹੱਥਾਂ ਦਾ ਜੂਸ ਪੀਣ ਲਈ ਉਡੀਕ ਕਰ ਰਹੇ ਸਨ। ਗੁਰਨੂਰ ਨੇ ਮੁੜ ਤੋਂ ਆਪਣੀ ਕਿਸਮਤ ਆਪਣੇ ਹੱਥੀਂ ਲਿਖ ਦਿੱਤੀ ਸੀ। ਪਰ ਦੋਸਤੋ, ਬਰੈਂਪਟਨ ਦੀ ਇਸ ਚਮਕਦੀ ਦੁਪਹਿਰ ਵਿੱਚ ਜਦੋਂ ਕੇਵਲ ਸਿੰਘ ਆਪਣੀ ਕਾਲੀ ਰੇਂਜ ਰੋਵਰ 'ਚੋਂ ਉੱਥੋਂ ਲੰਘਿਆ ਤਾਂ ਜੂਸਲੈਂਡ ਦੇ ਬਾਹਰ ਲੱਗਿਆ ਮੇਲਾ ਦੇਖ ਕੇ ਉਸਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਸਦਾ ਹੰਕਾਰ ਮੁੜ ਜਾਗ ਉੱਠਿਆ। ਉਸ ਨੂੰ ਲੱਗਿਆ ਕਿ ਜਿਸ ਕੁੜੀ ਨੇ ਉਸਨੇ ਮਿੱਟੀ 'ਚ ਮਿਲਾ ਦਿੱਤਾ ਸੀ ਉਹ ਉਸਦੇ ਟਰੱਕਾਂ ਦੇ ਕਾਰੋਬਾਰ ਤੋਂ ਵੀ ਜ਼ਿਆਦਾ ਨਾਮ ਅਤੇ ਪੈਸਾ ਕਿਵੇਂ ਕਮਾ ਸਕਦੀ ਹੈ। ਕੇਵਲ ਸਿੰਘ ਦੇ ਅੰਦਰਲੀ ਅੱਗ ਭੜਕ ਉੱਠੀ। ਉਸਨੇ ਤੁਰੰਤ ਗੱਡੀ ਬ੍ਰੇਕਾਂ ਮਾਰ ਕੇ ਰੋਕੀ ਅਤੇ ਆਪਣੇ 4 ਭਾਰੇ ਭਰਕਮ ਗੁੰਡਿਆਂ ਨਾਲ ਸਿੱਧਾ ਜੂਸਲੈਂਡ ਦੇ ਅੰਦਰ ਦਾਖਲ ਹੋ ਗਿਆ। ਚਮਕਦੀ ਰੋਸ਼ਨੀ ਨਾਲ ਭਰੇ ਉਸ ਸਟੋਰ ਵਿੱਚ ਕੇਵਲ ਸਿੰਘ ਨੇ ਜਾਂਦੇ ਹੀ ਕਾਊਂਟਰ ਤੇ ਪਿਆ ਜੂਸ ਦਾ ਜੱਗ ਵਗਾ ਕੇ ਪੁੰਜ ਤੇ ਮਾਰਿਆ। ਸ਼ੀਸ਼ਾ ਟੁੱਟਣ ਦੀ ਆਵਾਜ਼ ਨਾਲ ਪੂਰੇ ਸਟੋਰ ਵਿੱਚ ਸੰਨਾਟਾ ਛਾ ਗਿਆ। ਗਾਹਕ ਡਰ ਕੇ ਪਿੱਛੇ ਹਟ ਗਏ। ਕੇਵਲ ਸਿੰਘ ਨੇ ਗੁਰਨੂਰ ਵੱਲ ਉਂਗਲ ਕਰਕੇ ਦਹਾੜਦਿਆਂ ਕਿਹਾ, ਤੂੰ ਕੀ ਸਮਝਿਆ? ਮੈਂ ਤੇਰੀ ਟਰਾਂਸਪੋਰਟ ਬੰਦ ਕਰਵਾਈ ਸੀ। ਮੈਂ ਆ ਤੇਰੀ ਰੇੜੀ ਵੀ 2 ਮਿੰਟਾਂ 'ਚ ਚੁਕਵਾ ਦੇਣੀ ਹੈ। ਜੇ ਬਰੈਂਪਟਨ 'ਚ ਕੰਮ ਕਰਨਾ ਹੈ ਤਾਂ ਕੇਵਲ ਸਿੰਘ ਦੇ ਪੈਰਾਂ 'ਚ ਰਹਿਣਾ ਪਊ।
ਪਰ ਦੋਸਤੋ, ਜੇ ਤੁਹਾਨੂੰ ਲੱਗਦਾ ਹੈ ਕਿ ਗੁਰਨੂਰ ਦੁਬਾਰਾ ਪਹਿਲਾਂ ਵਾਂਗ ਫੇਰ ਡਰ ਕੇ ਜ਼ਮੀਨ ਤੇ ਬੈਠ ਕੇ ਰੋਣ ਲੱਗ ਜਾਵੇਗੀ ਅਤੇ ਆਪਣਾ ਸਟੋਰ ਛੱਡ ਦੇਵੇਗੀ, ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ। ਕਿਉਂਕਿ ਇਸ ਵਾਰ ਗੁਰਨੂਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ, ਸਗੋਂ ਕਾਲਖੀ ਭਰੀ ਮੌਤ ਦਾ ਡਰ ਸੀ ਜੋ ਉਸਨੇ ਕੇਵਲ ਸਿੰਘ ਲਈ ਤਿਆਰ ਕੀਤਾ ਸੀ। ਅਗਲੇ ਹੀ ਪਲ ਗੁਰਨੂਰ ਨੇ ਕਾਊਂਟਰ ਟੱਪ ਕੇ ਕੇਵਲ ਸਿੰਘ ਨਾਲ ਅਜਿਹਾ ਕੀ ਕੀਤਾ ਅਤੇ ਉਸ ਚਮਕਦੀ ਦੁਪਹਿਰ ਨੂੰ ਸਟੋਰ ਦੇ ਬਾਹਰ ਅਚਾਨਕ ਕਿਸ ਦੀਆਂ ਗੱਡੀਆਂ ਆ ਕੇ ਰੁਕੀਆਂ। ਜੇ ਤੁਸੀਂ ਸੋਚਦੇ ਹੋ ਕਿ ਕਹਾਣੀ ਇੱਥੇ ਮੁੱਕ ਗਈ, ਤਾਂ ਇਹ ਸਿਰਫ ਸ਼ੁਰੂਆਤ ਹੈ, ਕਿਉਂਕਿ ਅੱਗੇ ਜੋ ਭੁਚਾਲ ਆਉਣ ਵਾਲਾ ਸੀ ਉਹ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਕੇਵਲ ਸਿੰਘ ਦੀ ਗਰਜ ਸੁਣ ਕੇ ਸਟੋਰ ਵਿੱਚ ਚੁੱਪ ਛਾ ਗਈ ਸੀ। ਦੁਪਹਿਰ ਦੀ ਤੇਜ਼ ਧੁੱਪ ਵਿੱਚ ਟੁੱਟੇ ਹੋਏ ਕੱਚ ਦੇ ਟੁਕੜੇ ਫਰਸ਼ ਤੇ ਚਮਕ ਰਹੇ ਸਨ, ਪਰ ਗੁਰਨੂਰ ਦੇ ਚਿਹਰੇ ਤੇ ਡਰ ਦੀ ਇੱਕ ਬੂੰਦ ਵੀ ਨਹੀਂ ਸੀ। ਉਹ ਕਾਊਂਟਰ ਟੱਪ ਕੇ ਕੇਵਲ ਸਿੰਘ ਦੇ ਬਿਲਕੁਲ ਸਾਹਮਣੇ ਆ ਕੇ ਖੜ ਗਈ ਅਤੇ ਸ਼ੇਰਨੀ ਵਾਂਗ ਦਹਾੜੀ, "ਕੇਵਲ ਸਿਆਂ, ਜਿਹੜੀ ਕੁੜੀ ਕੂੜੇ ਦੇ ਟਰੱਕ ਚਲਾ ਸਕਦੀ ਹੈ, ਉਹ ਤੇਰੇ ਵਰਗੇ ਗਿੱਦੜਾਂ ਦਾ ਕੂੜਾ ਸਾਫ਼ ਕਰਨਾ ਵੀ ਚੰਗੀ ਤਰ੍ਹਾਂ ਜਾਣਦੀ ਹੈ।" ਗੁਰਨੂਰ ਨੇ ਆਪਣੇ ਐਪਰਨ ਦੀ ਜੇਬ 'ਚੋਂ ਇੱਕ ਪੈਨ ਡਰਾਈਵ ਕੱਢ ਕੇ ਟੇਬਲ ਤੇ ਮਾਰੀ। "ਤੈਨੂੰ ਕੀ ਲੱਗਿਆ ਮੈਂ ਰੋ ਕੇ ਘਰ ਬਹਿ ਗਈ ਸੀ? ਪਿਛਲੇ 4 ਮਹੀਨਿਆਂ 'ਚ ਜੂਸ ਵੇਚਣ ਦੇ ਨਾਲ-ਨਾਲ ਮੈਂ ਪ੍ਰਾਈਵੇਟ ਇਨਵੈਸਟੀਗੇਟਰ ਲਾ ਕੇ ਤੇਰੇ ਸਾਰੇ ਕਾਲੇ ਚਿੱਠੇ, ਤੇਰੀ ਇਲੀਗਲ ਡੰਪਿੰਗ ਦੀਆਂ ਵੀਡੀਓਜ਼ ਤੇ ਮਿਨਿਸਟਰੀ ਵਾਲਿਆਂ ਨੂੰ ਦਿੱਤੀਆਂ ਰਿਸ਼ਵਤਾਂ ਦੇ ਸਬੂਤ ਇਸ ਪੈਨ ਡਰਾਈਵ 'ਚ ਇਕੱਠੇ ਕਰ ਲਏ ਨੇ।" ਕੇਵਲ ਸਿੰਘ ਦਾ ਰੰਗ ਪੀਲਾ ਪੈ ਗਿਆ। ਉਸਦੇ ਗੁੰਡੇ ਪਿੱਛੇ ਹਟਣ ਲੱਗੇ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਸਟੋਰ ਦੇ ਵੱਡੇ ਸ਼ੀਸ਼ਿਆਂ ਦੇ ਬਾਹਰ ਦੁਪਹਿਰ ਦੀ ਚਮਕਦੀ ਧੁੱਪ ਵਿੱਚ ਪੀਲ ਪੁਲਿਸ ਦੀਆਂ ਦਰਜਨਾਂ ਗੱਡੀਆਂ ਦੀਆਂ ਲਾਲ ਨੀਲੀਆਂ ਬੱਤੀਆਂ ਲਿਸ਼ਕਣ ਲੱਗ ਪਈਆਂ। ਅਸਲ ਵਿੱਚ ਗੁਰਨੂਰ ਨੇ ਸਵੇਰੇ ਹੀ ਸਾਰੇ ਸਬੂਤ ਪੁਲਿਸ ਨੂੰ ਭੇਜ ਦਿੱਤੇ ਸਨ ਅਤੇ ਪੁਲਿਸ ਸਿਰਫ ਕੇਵਲ ਸਿੰਘ ਨੂੰ ਰੰਗੇ ਹੱਥੀ ਫੜਨ ਦੀ ਉਡੀਕ ਕਰ ਰਹੀ ਸੀ। ਹਥਿਆਰਬੰਦ ਅਫਸਰਾਂ ਨੇ ਅੰਦਰ ਆਉਂਦਿਆਂ ਹੀ ਕੇਵਲ ਸਿੰਘ ਅਤੇ ਉਸਦੇ ਬੰਦਿਆਂ ਨੂੰ ਜ਼ਮੀਨ ਤੇ ਮੁੱਦੇ ਮੂੰਹ ਸੁੱਟ ਕੇ ਹੱਥਖੜੀਆਂ ਜੜ ਦਿੱਤੀਆਂ। ਬਰੈਂਪਟਨ ਦੇ ਸਭ ਤੋਂ ਵੱਡੇ ਟਰਾਂਸਪੋਰਟ ਮਾਫੀਏ ਦਾ ਹੰਕਾਰ ਅੱਜ ਇੱਕ ਧੀ ਨੇ ਮਿੱਟੀ ਵਿੱਚ ਮਿਲਾ ਦਿੱਤਾ ਸੀ। ਸਰਕਾਰ ਨੇ ਗੁਰਨੂਰ ਤੇ ਲੱਗੇ ਸਾਰੇ ਝੂਠੇ ਕੇਸ ਖਾਰਿਜ ਕਰ ਦਿੱਤੇ। ਉਸਦੇ ਜ਼ਬਤ ਕੀਤੇ ਟਰੱਕ ਬਾਇਜ਼ਤ ਵਾਪਸ ਮਿਲ ਗਏ ਅਤੇ ਨਾਲ ਹੀ ਕੇਵਲ ਸਿੰਘ ਦੀ ਜ਼ਬਤ ਹੋਈ ਪ੍ਰਾਪਰਟੀ ਵਿੱਚੋਂ ਉਸ ਨੂੰ ਵੱਡਾ ਮੁਆਵਜ਼ਾ ਵੀ ਮਿਲਿਆ। ਕੁਝ ਹੀ ਮਹੀਨਿਆਂ ਬਾਅਦ ਦੁਪਹਿਰ ਦੀ ਉਸੇ ਕੋਸੀ ਧੁੱਪ ਵਿੱਚ ਜੂਸਲੈਂਡ ਦੇ ਬਾਹਰ ਗੁਰਨੂਰ ਦਾ ਬਾਪੂ ਸਰਦਾਰ ਹਰਜਾਪ ਸਿੰਘ ਅਤੇ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਉਸਦੀ ਮਾਂ ਮਨਜੀਤ ਕੌਰ ਮਾਣ ਨਾਲ ਖੜੇ ਸਨ। ਉਹਨਾਂ ਦੀ ਧੀ ਹੁਣ ਸਿਰਫ ਇੱਕ ਜੂਸ ਬਾਰ ਦੀ ਮਾਲਕਣ ਨਹੀਂ, ਬਲਕਿ ਬਰੈਂਪਟਨ ਦੀ ਸਭ ਤੋਂ ਕਾਮਯਾਬ ਟਰਾਂਸਪੋਰਟ ਕੰਪਨੀ ਦੀ MD ਵੀ ਸੀ। ਦੋਸਤੋ, ਇਹ ਕਹਾਣੀ ਸਿਰਫ ਗੁਰਨੂਰ ਦੀ ਨਹੀਂ, ਬਲਕਿ ਹਰ ਉਸ ਪੰਜਾਬੀ ਧੀ ਦੀ ਹੈ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰ ਲਈ ਦਿਨ-ਰਾਤ ਹੱਡ ਤੋੜਵੀਂ ਮਿਹਨਤ ਕਰਦੀ ਹੈ। ਸਾਡੇ ਭਾਈਚਾਰੇ ਨੂੰ ਧੀਆਂ ਦੀ ਤਰੱਕੀ ਤੇ ਸਾੜਾ ਕਰਨ ਦੀ ਬਜਾਏ ਉਹਨਾਂ ਦੀ ਪਿੱਠ ਤੇ ਖੜਨਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਹੈ? ਕੇਵਲ ਸਿੰਘ ਵਰਗੇ ਗੱਦਾਰਾਂ ਨੂੰ ਕੈਨੇਡਾ ਪੁਲਿਸ ਵੱਲੋਂ ਸਿੱਧਾ ਡਿਪੋਰਟ ਕਰਨਾ ਚਾਹੀਦਾ ਹੈ ਜਾਂ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇ ਗੁਰਨੂਰ ਦੀ ਹਿੰਮਤ ਨੇ ਤੁਹਾਡੇ ਦਿਲ ਨੂੰ ਛੋਇਆ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਕਿ ਅਸੀਂ ਅਜਿਹੀਆਂ ਹੋਰ ਸੱਚੀਆਂ ਤੇ ਪ੍ਰੇਰਨਾਦਾਇਕ ਕਹਾਣੀਆਂ ਤੁਹਾਡੇ ਤੱਕ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।